ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ CDP ਦਾ ਪਾਰਟ 8 ਲੈ ਕੇ ਹਾਜ਼ਰ ਹੋਏ ਹਾਂ। ਇਸ ਪਾਰਟ ਦੇ ਵਿੱਚ ਆਪਾਂ CDP ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਨੇ ਉਹ ਡਿਸਕਸ ਕਰਾਂਗੇ, ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ। ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ CDP ਦੇ 7 ਪਾਰਟ ਆਪਣੇ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਬਹੁਤ ਇੰਪੋਰਟੈਂਟ ਕੁਐਸਚਨ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ 7 ਪਾਰਟ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੰਜਾਬ GK, ਮਾਡਰਨ ਹਿਸਟਰੀ, ਪੋਲਿਟੀ, ਜੋਗਰਾਫੀ ਅਤੇ CDP ਇਹਨਾਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ, ਕਿਉਂਕਿ ਬਹੁਤ ਵਧੀਆ ਕੰਟੈਂਟ ਤੁਹਾਡੇ ਲਈ ਔਨ ਦੀ ਵੇ ਹੈ। ਤਾਂ ਅੱਜ ਦਾ ਜੋ ਆਪਣਾ CDP ਦਾ ਸੈਸ਼ਨ ਹੈ ਤੁਹਾਡੇ ਲਈ ਬਹੁਤ ਇੰਪੋਰਟੈਂਟ ਰਹਿਣ ਵਾਲਾ ਹੈ। ਇੱਕ ਵੀ ਕੁਐਸਚਨ ਨੂੰ ਮਿਸ ਨਾ ਕਰਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਤਾਂ ਇਹ ਜਿਹੜੇ ਆਪਣੇ CDP ਦੇ ਸੈਸ਼ਨ ਨੇ ਸਿਰਫ PSTET ਦੇ ਲਈ ਹੀ ਨਹੀਂ, ਸਗੋਂ ਆਉਣ ਵਾਲੇ ਜਿੰਨੇ ਵੀ ਐਗਜ਼ਾਮ ਨੇ ਜਿਨ੍ਹਾਂ ਦੇ ਵਿੱਚ CTET, HTET, KVS ਦੇ ਐਗਜ਼ਾਮ ਜਾਂ ਉਹ ਪੇਪਰ ਜਿਨ੍ਹਾਂ ਦੇ ਵਿੱਚ CDP ਪੁੱਛੀ ਜਾਂਦੀ ਹੈ, ਤਾਂ ਉਹ ਸਭ ਪੇਪਰਾਂ ਦੇ ਲਈ ਆਪਣੀਆਂ ਵੀਡੀਓ ਬਹੁਤ ਇੰਪੋਰਟੈਂਟ ਨੇ। ਤਾਂ ਇੱਕ ਸੈਸ਼ਨ ਆਪਣਾ ਸੀਰੀਜ਼ ਵਾਈਜ਼ ਅਟੈਂਡ ਕਰੋ, ਠੀਕ ਹੈ ਜੀ। ਤਾਂ ਅੱਜ ਦਾ ਜੋ ਆਪਣਾ ਸੈਸ਼ਨ ਹੈ ਆਪਾਂ ਸਟਾਰਟ ਕਰਦੇ ਹਾਂ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਪਹਿਲਾ ਜਿਹੜਾ ਆਪਣਾ ਕੁਐਸਚਨ ਹੈ, ਇੱਕ ਰਚਨਾਤਮਕ ਬੱਚੇ ਦੀ ਕੀ ਪਹਿਚਾਣ ਹੈ? ਸਾਈਨ ਆਫ ਕ੍ਰੀਏਟਿਵ ਚਾਈਲਡ ਇਜ਼ ਕ੍ਰੀਏਟਿਵਿਟੀ, ਗੁੱਡ ਮੈਮਰੀ, ਫਰੈਂਡਲੀ ਬਿਹੇਵੀਅਰ ਜਾਂ ਰੂਡ ਬਿਹੇਵੀਅਰ। ਰਚਨਾਤਮਕਤਾ, ਚੰਗੀ ਯਾਦ ਸ਼ਕਤੀ, ਦੋਸਤੀ ਵਾਲਾ ਵਿਵਹਾਰ ਜਾਂ ਰੁੱਖਾ ਵਿਵਹਾਰ। ਤਾਂ ਇੱਕ ਜਿਹੜਾ ਕ੍ਰੀਏਟਿਵ ਚਾਈਲਡ ਹੈ ਉਹਦੀ ਸਭ ਤੋਂ ਬੈਸਟ ਕੁਆਲਿਟੀ ਕਿਹੜੀ ਮੰਨੀ ਜਾਊਗੀ? ਠੀਕ ਹੈ, ਤਾਂ CDP ਦੇ ਵਿੱਚ ਆਪਾਂ ਬੈਸਟ ਆਨਸਰ ਚੁਣਨਾ ਹੁੰਦਾ ਹੈ, ਕਿਉਂਕਿ ਇਹਦੇ ਵਿੱਚ ਆਪਾਂ ਨੂੰ ਸਾਰੇ ਜਿਹੜੇ ਆਪਸ਼ਨ ਹੈ ਉਹ ਇੱਕੋ ਜਿਹੇ ਦਿੱਤੇ ਹੁੰਦੇ ਨੇ। ਠੀਕ ਹੈ, ਤਾਂ ਮਤਲਬ ਇੱਕ ਦੂਸਰੇ ਨਾਲ ਉਹ ਰਿਲੇਟ ਕਰਦੇ ਹੁੰਦੇ ਨੇ, ਆਪਾਂ ਕਨਫਿਊਜ਼ ਹੋ ਜਾਂਦੇ ਹਾਂ ਕਿ ਇਹਨਾਂ 'ਚੋਂ ਕਿਹੜਾ ਆਪਸ਼ਨ ਆਊਗਾ। ਠੀਕ ਹੈ, ਕਿਉਂਕਿ ਸਾਰੇ ਪੋਜ਼ੀਟਿਵ ਆਨਸਰ ਹੁੰਦੇ ਨੇ। ਠੀਕ ਹੈ, CDP ਦੇ ਵਿੱਚ ਜੇਕਰ ਤੁਹਾਨੂੰ ਕੋਈ ਨੈਗੇਟਿਵ ਆਨਸਰ ਮਿਲਦਾ ਤੁਹਾਨੂੰ ਅਵੋਇਡ ਕਰੋ, ਕਿਉਂਕਿ CDP ਦੇ ਵਿੱਚ ਆਪਾਂ ਕੋਈ ਵੀ ਨੈਗੇਟਿਵ ਆਨਸਰ ਨਹੀਂ ਦੇਣਾ ਹੁੰਦਾ। ਠੀਕ ਹੈ, ਤੁਸੀਂ ਯਾਦ ਰੱਖਿਓ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ, ਕ੍ਰੀਏਟਿਵਿਟੀ। ਠੀਕ ਹੈ, ਤਾਂ ਜਿਹੜਾ ਇੱਕ ਰਚਨਾਤਮਕ ਬੱਚਾ ਹੈ ਉਹਦੀ ਸਭ ਤੋਂ ਵੱਡੀ ਪਹਿਚਾਣ ਕਿਹੜੀ ਹੈ? ਉਹ ਕ੍ਰੀਏਟਿਵਿਟੀ ਹੈ। ਠੀਕ ਹੈ, ਕਿਉਂਕਿ ਉਹ ਕ੍ਰੀਏਟਿਵ ਹੈ, ਰਚਨਾਤਮਕ ਹੈ। ਠੀਕ ਹੈ, ਕਿਸੇ ਵੀ ਕੰਮ ਨੂੰ ਬਹੁਤ ਕ੍ਰੀਏਟਿਵਿਟੀ ਦੇ ਨਾਲ ਕਰਦਾ ਹੈ, ਤਾਂ ਸਭ ਤੋਂ ਬੈਸਟ ਕੁਆਲਿਟੀ ਉਹਦੀ ਕ੍ਰੀਏਟਿਵਿਟੀ ਹੈ। ਠੀਕ ਹੈ, ਚੰਗੀ ਯਾਦ ਸ਼ਕਤੀ ਕਿਸੇ ਦੀ ਵੀ ਹੋ ਸਕਦੀ ਹੈ, ਫਰੈਂਡਲੀ ਬਿਹੇਵੀਅਰ ਵੀ ਕਿਸੇ ਦਾ ਹੋ ਸਕਦਾ। ਠੀਕ ਹੈ, ਤਾਂ ਰੂਡ ਬਿਹੇਵੀਅਰ ਤਾਂ ਆਪਾਂ ਇਹਦੇ 'ਚ ਲਗਾ ਹੀ ਨਹੀਂ ਸਕਦੇ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ CDP ਦੇ ਵਿੱਚ ਆਪਾਂ ਨੈਗੇਟਿਵ ਆਨਸਰ ਅਵੋਇਡ ਕਰਨਾ ਹੁੰਦਾ। ਠੀਕ ਹੈ ਜੀ, ਤਾਂ ਰੁੱਖਾ ਵਿਵਹਾਰ ਤਾਂ ਇਹ 'ਚ ਆ ਹੀ ਨਹੀਂ ਸਕਦਾ। ਤਾਂ ਇਹਦਾ ਜਿਹੜਾ ਬੈਸਟ ਆਨਸਰ ਹੈ ਉਹ ਹੈ ਕ੍ਰੀਏਟਿਵਿਟੀ। ਠੀਕ ਹੈ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪਿਆਜੇ ਦੇ ਅਨੁਸਾਰ ਸੈਂਸਰੀ ਮੋਟਰ ਦੀ ਅਵਸਥਾ। ਦ ਪੀਰੀਅਡ ਆਫ ਸੈਂਸਰੀ ਮੋਟਰ ਅਕੋਰਡਿੰਗ ਟੂ ਪਿਆਜੇ, 0 ਤੋਂ 2 ਸਾਲ, 2 ਤੋਂ 7 ਸਾਲ, 7 ਤੋਂ 11 ਸਾਲ ਜਾਂ ਨਨ ਆਫ ਦੀ ਅਬਵ। ਤਾਂ ਜੀਨ ਪਿਆਜੇ ਨੇ ਆਪਾਂ ਨੂੰ ਪਤਾ ਕਿ ਕੋਗਨੇਟਿਵ ਡਿਵੈਲਪਮੈਂਟ ਦੇ 4 ਸਟੇਜਸ ਆਪਾਂ ਨੂੰ ਦਿੱਤੀਆਂ ਨੇ। ਤਾਂ ਇਹ ਜਿਹੜੀ ਪਹਿਲੀ ਸਟੇਜ ਹੁੰਦੀ ਹੈ ਆਪਣੀ ਸੈਂਸਰੀ ਮੋਟਰ ਦੀ। ਸੈਂਸਰੀ ਮੋਟਰ ਦਾ ਕੀ ਮਤਲਬ ਹੈ ਕਿ ਬੱਚਾ ਜਦੋਂ ਸੈਂਸਸ ਨਾਲ ਸਿੱਖਦਾ, ਜਦੋਂ ਆਪਣੀਆਂ ਗਿਆਨ ਇੰਦਰੀਆਂ ਦੇ ਨਾਲ ਸਿੱਖਦਾ, ਜਦੋਂ ਬੱਚਾ ਛੋਟਾ ਹੁੰਦਾ, ਠੀਕ ਹੈ, ਤਾਂ ਉਹ ਆਪਣੇ ਸੈਂਸਸ ਦੇ ਨਾਲ ਸਿੱਖਦਾ। ਠੀਕ ਹੈ ਜੀ, ਤਾਂ ਕਰਕੇ ਇਹਨੂੰ ਸੈਂਸਰੀ ਮੋਟਰ ਇਹ ਅਵਸਥਾ ਦਾ ਨਾਂ ਰੱਖਿਆ ਗਿਆ ਜੀਨ ਪਿਆਜੇ ਦੇ ਅਨੁਸਾਰ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1, 0 ਤੋਂ 2 ਸਾਲ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਗਿਆ ਕਿ ਜਦੋਂ ਬੱਚਾ ਛੋਟਾ ਹੁੰਦਾ, ਠੀਕ ਹੈ ਜੀ, ਤਾਂ ਉਹ ਆਪਣਾ ਸੈਂਸਸ ਦੇ ਨਾਲ ਸਿੱਖਦਾ, ਤਾਂ ਕਰਕੇ ਉਹਨੂੰ ਸੈਂਸਰੀ ਮੋਟਰ ਦੀ ਅਵਸਥਾ ਕਿਹਾ ਜਾਂਦਾ। ਠੀਕ ਹੈ ਜੀ, ਤਾਂ ਇਹੋ ਜਿਹੇ ਕੁਐਸਚਨ ਤੁਹਾਨੂੰ CDP ਦੇ ਵਿੱਚੋਂ ਦੇਖਣ ਨੂੰ ਮਿਲਣਗੇ ਜੇਕਰ ਪੇਪਰ ਦਾ ਲੈਵਲ ਹੈ ਜਿਹੜਾ ਉਹ ਮੋਡਰੇਟ ਆਉਂਦਾ। ਠੀਕ ਹੈ, ਕਿਉਂਕਿ ਪਿਛਲੀ ਵਾਰ PSTET ਦਾ ਲੈਵਲ ਬਹੁਤ ਮੋਡਰੇਟ ਸੀਗਾ, ਜਿਹਦੇ ਵਿੱਚ ਬਹੁਤ ਚੰਗੀ ਉਹਨਾਂ ਨੇ CDP ਪਾਈ ਹੋਈ ਸੀ। ਤਾਂ ਜੇਕਰ ਪੇਪਰ ਦਾ ਲੈਵਲ ਮੋਡਰੇਟ ਆਉਂਦਾ ਤਾਂ ਆਪਣੇ ਸੈਸ਼ਨ ਤੋਂ ਬਾਹਰ ਤੁਹਾਨੂੰ ਇੱਕ ਵੀ ਕੁਐਸਚਨ ਨਹੀਂ ਮਿਲੂਗਾ। ਠੀਕ ਹੈ ਜੀ, ਤਾਂ ਕਿਉਂਕਿ ਸਿੰਪਲ ਕੁਐਸਚਨ ਤੁਸੀਂ ਖੁਦ ਅਟੈਂਪਟ ਕਰ ਲੈਂਦੇ ਹੋ। ਠੀਕ ਹੈ, ਜਿੰਨਾ ਕੁਐਸਚਨ ਦੇ ਵਿੱਚ ਡਾਊਟ ਹੁੰਦਾ ਉਹ ਮੈਂ ਤੁਹਾਡੇ ਅੱਗੇ ਰੱਖਣੇ ਆ, ਪੂਰਾ ਐਨਾਲਿਸਿਸ ਦੇ ਨਾਲ ਆਪਾਂ ਕੁਐਸਚਨ ਤੁਹਾਡੇ ਅੱਗੇ ਲੈ ਕੇ ਆਉਣੇ ਆ। ਠੀਕ ਹੈ, ਤਾਂ ਇੱਕ ਵੀ ਸੈਸ਼ਨ ਆਪਣਾ ਮਿਸ ਨਾ ਕਰਿਓ, ਕਿਉਂਕਿ ਤੁਸੀਂ ਖੁਦ ਮੰਨੋਗੇ ਕਿ ਮੇਰੇ ਕਰਵਾਏ ਹੋਏ ਸੈਸ਼ਨ ਦੇ ਵਿੱਚ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲਣਗੇ ਪੇਪਰ ਦੇ ਵਿੱਚ। ਠੀਕ ਹੈ ਜੀ, ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1, 0 ਤੋਂ 2 ਸਾਲ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇੱਕ ਚੰਗੇ ਅਧਿਆਪਕ ਵਿੱਚ ਸਭ ਤੋਂ ਵੱਧ ਕਿਹੜੀ ਖੂਬੀ ਹੋਣੀ ਚਾਹੀਦੀ ਹੈ? ਦੀ ਮੋਸਟ ਇੰਪੋਰਟੈਂਟ ਕੁਆਲਿਟੀ ਆਫ ਐਨ ਇਫੈਕਟਿਵ ਟੀਚਰ। ਨੌਲੇਜ ਆਫ ਸਬਜੈਕਟ, ਕਾਮ ਐਂਡ ਹੈਲਪਫੁਲ, ਗੁੱਡ ਮੋਟੀਵੇਟਰ ਜਾਂ ਗੁੱਡ ਕੈਰੈਕਟਰ। ਠੀਕ ਹੈ ਜੀ, ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਗਿਆ ਕਿ CDP ਦੇ ਵਿੱਚ ਜਿਹੜੇ ਆਪਾਂ ਨੂੰ ਆਪਸ਼ਨ ਆਉਣਗੇ ਉਹ ਸਾਰੇ ਆਪਾਂ ਨੂੰ ਸਹੀ ਦਿੱਤੇ ਜਾਣਗੇ ਜ਼ਿਆਦਾਤਰ।
ठीक है। तो ये ਜਿਹੜੇ ਚਾਰੋਂ ਆਪਸ਼ਨ ਨੇ ਇਹ ਚਾਰੋਂ ਆਪਸ਼ਨ ਬਿਲਕੁਲ ਕਰੈਕਟ ਨੇ, ਠੀਕ ਹੈ। ਤਾਂ ਇਹ ਚੰਗੇ ਅਧਿਆਪਕ ਦੇ ਸਾਰੇ ਗੁਣ ਨੇ ਇਹ, ਠੀਕ ਹੈ। ਬਟ ਇਹਦੇ ਵਿੱਚੋਂ ਆਪਾਂ ਬੈਸਟ ਆਨਸਰ ਚੁਣਨਾ ਹੁੰਦਾ, ਠੀਕ ਹੈ। ਤਾਂ ਇਹਦੇ ਵਿੱਚ ਜਿਹੜਾ ਪਹਿਲਾ ਪੁਆਇੰਟ ਹੈ ਨੌਲੇਜ ਆਫ ਸਬਜੈਕਟ, ਵਿਸ਼ੇ ਦੀ ਜਾਣਕਾਰੀ ਬਿਲਕੁਲ ਹੋਣੀ ਚਾਹੀਦੀ ਹੈ, ਠੀਕ ਹੈ। ਜੇ ਇੱਕ ਚੰਗਾ ਟੀਚਰ ਹੈ ਤਾਂ ਜਿਹੜੇ ਸਬਜੈਕਟ ਵੀ ਕੋਈ ਵੀ ਸਬਜੈਕਟ ਉਹ ਟੀਚ ਕਰਦਾ ਹੈ ਤਾਂ ਉਹ ਸਬਜੈਕਟ ਦੀ ਉਹਨੂੰ ਫੁੱਲ ਨੌਲੇਜ ਹੋਣੀ ਚਾਹੀਦੀ ਹੈ, ਠੀਕ ਹੈ। ਤਾਂ ਇਹ ਵੀ ਇਹਦਾ ਇੱਕ ਗੁਣ ਹੈ। ਤਾਂ ਕਾਮ ਐਂਡ ਹੈਲਪਫੁਲ ਵੀ ਹੋਣਾ ਚਾਹੀਦਾ, ਕਿਉਂਕਿ ਅਗਰੈਸਿਵ ਨੇਚਰ ਦਾ ਨਹੀਂ ਹੋਣਾ ਚਾਹੀਦਾ ਕੋਈ ਵੀ ਟੀਚਰ, ਉਹ ਬਹੁਤ ਸ਼ਾਂਤ ਸੁਭਾਅ ਵਾਲਾ ਹੋਣਾ ਚਾਹੀਦਾ ਅਤੇ ਮਦਦਗਾਰ ਵੀ ਹੋਣਾ ਚਾਹੀਦਾ, ਸਟੂਡੈਂਟਸ ਦੀ ਉਹ ਹੈਲਪ ਕਰੇ, ਠੀਕ ਹੈ ਜੀ। ਗੁੱਡ ਮੋਟੀਵੇਟਰ ਵੀ ਹੋਣਾ ਚਾਹੀਦਾ, ਠੀਕ ਹੈ। ਚੰਗਾ ਪ੍ਰੇਰਨਾਦਾਇਕ ਵੀ ਉਹਨੂੰ ਮਤਲਬ ਜੇ ਉਹ ਬੱਚਿਆਂ ਨੂੰ ਮੋਟੀਵੇਟ ਕਰੂਗਾ ਤਾਂ ਉਹਦੀ ਸਭ ਤੋਂ ਬੈਸਟ ਕੁਆਲਿਟੀ ਹੈ, ਠੀਕ ਹੈ। ਗੁੱਡ ਕੈਰੈਕਟਰ ਵੀ ਉਹਦਾ ਹੋਣਾ ਚਾਹੀਦਾ, ਠੀਕ ਹੈ। ਕਿਉਂਕਿ ਅਧਿਆਪਕ ਸਿਰਫ ਇਹ ਨਹੀਂ ਕਿ ਆਪਾਂ ਨੂੰ ਸਿਰਫ ਵਿਸ਼ੇ ਦੀ ਜਾਣਕਾਰੀ ਹੋਵੇ, ਆਪਣਾ ਕੈਰੈਕਟਰ ਵੀ ਚੰਗਾ ਹੋਣਾ ਚਾਹੀਦਾ। ਜੇ ਆਪਣਾ ਖੁਦ ਦਾ ਕੈਰੈਕਟਰ ਚੰਗਾ ਹੋਊਗਾ ਤਾਂ ਹੀ ਆਪਣਾ ਬੱਚਿਆਂ ਦੇ ਉੱਤੇ ਪ੍ਰਭਾਵ ਪਊਗਾ, ਠੀਕ ਹੈ ਜੀ। ਤਾਂ ਇਹ ਸਾਰੇ ਜਿਹੜੇ ਆਪਸ਼ਨ ਨੇ ਉਹ ਸਾਰੇ ਸਹੀ ਨੇ, ਬਟ ਇਹਦੇ 'ਚੋਂ ਤੁਸੀਂ ਬੈਸਟ ਆਨਸਰ ਚੁਣਨਾ, ਠੀਕ ਹੈ ਜੀ। ਤਾਂ CDP ਦੇ ਵਿੱਚ ਇਹੀ ਫੰਡਾ ਹੁੰਦਾ ਕਿ ਇਹਦੇ ਵਿੱਚੋਂ ਆਪਾਂ ਸਭ ਤੋਂ ਬੈਸਟ ਆਨਸਰ ਚੁਣਨਾ ਹੁੰਦਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3 ਗੁੱਡ ਮੋਟੀਵੇਟਰ ਹੋਣਾ ਚਾਹੀਦਾ, ਠੀਕ ਹੈ ਜੀ। ਤਾਂ ਸਭ ਤੋਂ ਵੱਡੀ ਜਿਹੜੀ ਉਹਦੀ ਖੂਬੀ ਮੰਨੀ ਜਾਊਗੀ ਉਹ ਹੈ ਮੋਟੀਵੇਟਰ, ਠੀਕ ਹੈ, ਕਿ ਬੱਚਿਆਂ ਨੂੰ ਮੋਟੀਵੇਟ ਕਰੇ ਉਹ, ਠੀਕ ਹੈ ਜੀ। ਤਾਂ ਮੋਟੀਵੇਸ਼ਨ ਉਹਦੀ ਸਭ ਤੋਂ ਵੱਡੀ ਤਾਕਤ ਮੰਨੀ ਜਾਊ ਇੱਕ ਅਧਿਆਪਕ ਦੀ, ਠੀਕ ਹੈ। ਤਾਂ ਚੰਗਾ ਪ੍ਰੇਰਨਾਦਾਇਕ ਗੁੱਡ ਮੋਟੀਵੇਟਰ ਉਹਨੂੰ ਹੋਣਾ ਬਹੁਤ ਜ਼ਰੂਰੀ ਹੈ, ਠੀਕ ਹੈ। ਨੋ ਡਾਊਟ ਉਹਨੂੰ ਨੌਲੇਜ ਸਬਜੈਕਟ ਦੀ ਵੀ ਹੋਣੀ ਚਾਹੀਦੀ ਹੈ, ਸ਼ਾਂਤ ਅਤੇ ਮਦਦਗਾਰ ਵੀ ਹੋਣਾ ਚਾਹੀਦਾ ਅਤੇ ਚੰਗਾ ਉਹਦਾ ਚਰਿੱਤਰ ਵੀ ਹੋਣਾ ਚਾਹੀਦਾ। ਬਟ ਇਹਨਾਂ ਚਾਰਾਂ ਦੇ ਵਿੱਚੋਂ ਸਭ ਤੋਂ ਜਿਹੜੀ ਬੈਸਟ ਕੁਆਲਿਟੀ ਉਹਦੀ ਮੰਨੀ ਜਾਊ ਉਹ ਮੰਨੀ ਜਾਊਗੀ ਗੁੱਡ ਮੋਟੀਵੇਟਰ, ਠੀਕ ਹੈ, ਚੰਗਾ ਪ੍ਰੇਰਨਾਦਾਇਕ। ਇਹ ਤੁਸੀਂ ਯਾਦ ਰੱਖਿਓ, ਠੀਕ ਹੈ। ਇਹੋ ਜਿਹੇ ਕੁਐਸਚਨ ਹੀ ਤੁਹਾਨੂੰ ਦੇਖਣ ਨੂੰ ਮਿਲਣਗੇ CDP ਦੇ ਵਿੱਚ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਜਮਾਤ ਕਮਰੇ ਵਿੱਚ ਪ੍ਰਸ਼ਨ ਪੁੱਛਣਾ, ਕੁਐਸਚਨਿੰਗ ਇਨ ਦੀ ਕਲਾਸਰੂਮ, ਕਲੈਰੀਫਾਈਜ਼ ਦੀ ਸਬਜੈਕਟ ਮੈਟਰ, ਵਿਸ਼ੇ ਸਮੱਗਰੀ ਨੂੰ ਸਮਝਣਾ, ਵੇਸਟੇਜ ਆਫ ਟਾਈਮ, ਸਮੇਂ ਦੀ ਖਪਤ, ਕ੍ਰੀਏਟਸ ਇਨਡਿਸਿਪਲਿਨ, ਅਨੁਸ਼ਾਸਨ ਭੰਗ ਕਰਨਾ, ਆਲ ਆਫ ਦੀ ਅਬਵ ਜਾਂ ਸਾਰੇ। ਤਾਂ ਜਮਾਤ ਦੇ ਕਮਰੇ ਵਿੱਚ ਜਿਹੜੇ ਆਪਾਂ ਕੁਐਸਚਨ ਪੁੱਛਦੇ ਹਾਂ ਜਦੋਂ ਤੁਸੀਂ ਐਜ਼ ਏ ਟੀਚਰ ਕਲਾਸ ਦੇ ਕਮਰੇ ਵਿੱਚ ਜਾਂਦੇ ਹੋ, ਠੀਕ ਹੈ, ਤੁਸੀਂ ਕਿਸੇ ਬੱਚੇ ਤੋਂ ਕੋਈ ਕੁਐਸਚਨ ਪੁੱਛਦੇ ਹੋ ਜਾਂ ਕੋਈ ਬੱਚਾ ਤੁਹਾਨੂੰ ਕੁਐਸਚਨ ਪੁੱਛਦਾ, ਠੀਕ ਹੈ। ਤਾਂ ਉਹ ਆਪਾਂ ਕਿਉਂ ਪੁੱਛਦੇ ਹਾਂ, ਠੀਕ ਹੈ ਜੀ। ਤਾਂ ਬੱਚਾ ਆਪਾਂ ਨੂੰ ਕੁਐਸਚਨ ਕਿਉਂਕਿ ਉਹਨੂੰ ਕੁਛ ਸਮਝ ਨਹੀਂ ਆਇਆ ਤਾਂ ਉਹ ਆਪਾਂ ਨੂੰ ਕੁਐਸਚਨ ਕਰ ਸਕਦਾ, ਠੀਕ ਹੈ। ਆਪਾਂ ਵੀ ਬੱਚੇ ਤੋਂ ਕੁਐਸਚਨ ਪੁੱਛ ਸਕਦੇ ਹਾਂ ਜਦੋਂ ਆਪਾਂ ਸਾਰਾ ਮੰਨ ਲਓ ਲੈਸਨ ਆਪਾਂ ਸਾਰਾ ਉਹਨੂੰ ਟੀਚ ਕਰਤਾ ਤਾਂ ਪਿੱਛੋਂ ਆਪਾਂ ਕੁਐਸਚਨ ਪੁੱਛ ਸਕਦੇ ਹਾਂ ਕਿ ਆਪਣਾ ਪੜ੍ਹਾਇਆ ਹੋਇਆ ਉਹਨੂੰ ਕਿੰਨਾ ਕੁ ਸਮਝ ਆਇਆ, ਠੀਕ ਹੈ। ਤਾਂ ਕੁਐਸਚਨਿੰਗ ਹੈ ਜਿਹੜੀ ਉਹ ਤਾਂ ਉਹ ਕੀ ਹੈ ਇਹੀ ਆਪਣੇ ਤੋਂ ਪੁੱਛਿਆ ਗਿਆ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1 ਆਊਗਾ ਕਲੈਰੀਫਾਈਜ਼ ਦੀ ਸਬਜੈਕਟ ਮੈਟਰ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਗਿਆ ਕਿ ਸਟੂਡੈਂਟ ਵੀ ਕਲੈਰੀਫਾਈ ਕਰਨਾ, ਮਤਲਬ ਮੰਨ ਲਓ ਉਹਨੂੰ ਕੁਛ ਸਮਝ ਨਹੀਂ ਆਇਆ ਤਾਂ ਸਟੂਡੈਂਟ ਆਪਣੇ ਤੋਂ ਕਲੈਰੀਫਾਈ ਕਰੂਗਾ, ਠੀਕ ਹੈ। ਉਹ ਕੁਐਸਚਨ ਪੁੱਛੂਗਾ ਆਪਣੇ ਤੋਂ ਕਿ ਇਹ ਮੈਨੂੰ ਦੁਬਾਰਾ ਸਮਝਾਓ। ਜਾਂ ਆਪਾਂ ਜਦੋਂ ਐਂਡ 'ਤੇ ਪੁੱਛਾਂਗੇ, ਜਦੋਂ ਆਪਾਂ ਲੈਸਨ ਆਪਾਂ ਸਾਰਾ ਉਹਨਾਂ ਨੂੰ ਪੜ੍ਹਾਤਾ ਤਾਂ ਆਪਾਂ ਐਂਡ 'ਤੇ ਉਹਨਾਂ ਨੂੰ ਕੁਐਸਚਨ ਕਰਾਂਗੇ। ਉਹ ਕਿਉਂ ਕਰਾਂਗੇ? ਆਪਾਂ ਕਲੈਰੀਫਾਈ ਕਰਾਂਗੇ ਕਿ ਇਹਨਾਂ ਨੂੰ ਜਿਹੜਾ ਮੈਂ ਪੜ੍ਹਾਇਆ ਉਹ ਸਮਝ ਆਇਆ ਜਾਂ ਨਹੀਂ ਆਇਆ, ਠੀਕ ਹੈ। ਤਾਂ ਇਹ ਕੁਐਸਚਨਿੰਗ ਜਿਹੜੀ ਹੁੰਦੀ ਹੈ ਉਹ ਕਲੈਰੀਫਾਈਜ਼ ਵਾਸਤੇ ਹੁੰਦੀ ਹੈ। ਤਾਂ ਦੂਸਰਾ ਜਿਹੜਾ ਆਪਣਾ ਆਪਸ਼ਨ ਹੈ ਉਹ ਹੈ ਵੇਸਟੇਜ ਆਫ ਟਾਈਮ। ਤਾਂ ਇਹ ਨੈਗੇਟਿਵ ਆਨਸਰ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ CDP ਦੇ ਵਿੱਚ ਜਿੰਨੇ ਵੀ ਨੈਗੇਟਿਵ ਆਨਸਰ ਹੋਣਗੇ ਉਹਨਾਂ ਨੂੰ ਅਵੋਇਡ ਕਰਿਓ, ਠੀਕ ਹੈ। ਤਾਂ ਸਮੇਂ ਦੀ ਖਪਤ ਨਹੀਂ ਹੁੰਦੀ, ਠੀਕ ਹੈ, ਪ੍ਰਸ਼ਨ ਪੁੱਛਣ ਨਾਲ, ਅਤੇ ਨਾ ਹੀ ਅਨੁਸ਼ਾਸਨ ਭੰਗ ਹੁੰਦਾ, ਠੀਕ ਹੈ। ਤਾਂ ਜਿਹੜਾ ਆਪਣਾ ਇਹਦਾ ਆਨਸਰ ਆਊਗਾ ਆਨਸਰ ਨੰਬਰ 1, ਇਹਦੇ ਨਾਲ ਆਪਾਂ ਕਲੈਰੀਫਾਈ ਕਰਦੇ ਹਾਂ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਤਾਂ ਇਹ ਜਿੰਨੇ ਵੀ ਕੁਐਸਚਨ ਮੈਂ ਤੁਹਾਨੂੰ ਕਰਵਾਉਣਾ, ਆਪਣੇ ਜਿੰਨੇ ਵੀ ਸੈਸ਼ਨ ਅਪਲੋਡ ਹੋਏ ਨੇ, ਇਹ ਸਾਰੇ ਕੁਐਸਚਨ ਵਾਰ-ਵਾਰ ਰਿਪੀਟ ਹੋਏ ਕੁਐਸਚਨ ਨੇ, ਠੀਕ ਹੈ ਜੀ। ਅਤੇ ਇਹੀ ਕੁਐਸਚਨ ਤੁਹਾਨੂੰ ਦੁਬਾਰਾ ਪੁੱਛੇ ਜਾਣਗੇ CDP ਦੇ ਵਿੱਚੋਂ। ਇਹ ਤੋਂ ਬਾਹਰ ਤੁਹਾਨੂੰ ਇੱਕ ਵੀ ਕੁਐਸਚਨ ਨਹੀਂ ਆਉਣਾ, ਠੀਕ ਹੈ। ਇਹਨਾਂ ਵਿੱਚੋਂ ਕਿਹੜਾ ਬੱਚੇ ਦੇ ਸਰੀਰਕ ਵਾਧੇ ਨੂੰ ਦਰਸਾਉਂਦਾ ਹੈ? ਵਿਚ ਆਫ ਦੀ ਫੋਲੋਇੰਗ ਇੰਡੀਕੇਟਸ ਚਾਈਲਡ ਫਿਜ਼ੀਕਲ ਗਰੋਥ, ਕੁਆਲੀਟੇਟਿਵ, ਕੁਆਂਟੀਟੇਟਿਵ, ਪੋਜ਼ੀਟਿਵ ਜਾਂ ਨੈਗੇਟਿਵ? ਮੰਨ ਲਓ ਜਿਹੜੀ ਆਪਾਂ ਬੱਚੇ ਦੀ ਗਰੋਥ ਹੈ ਉਹਨੂੰ ਮੈਜ਼ਰ ਕਰਨਾ ਹੈ ਤਾਂ ਉਹ ਆਪਾਂ ਕਿਵੇਂ ਮੈਜ਼ਰ ਕਰਾਂਗੇ? ਉਹ ਕਿਹੜਾ ਮਾਪਦੰਡ ਹੈ? ਤਾਂ ਆਪਣੀਆਂ ਵੀਡੀਓਜ਼ ਨੂੰ ਸੀਰੀਜ਼ ਵਾਈਜ਼ ਲਗਾਓ, ਠੀਕ ਹੈ, ਤਾਂ ਕਿ ਤੁਹਾਡੇ ਵਧੀਆ ਤਰੀਕੇ ਨਾਲ ਸਮਝ ਤੁਹਾਨੂੰ ਆ ਸਕੇ, ਠੀਕ ਹੈ। ਕਿਉਂਕਿ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਪੇਪਰ ਦੇ ਵਿੱਚ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਆਊਗਾ ਕੁਆਂਟੀਟੇਟਿਵ, ਠੀਕ ਹੈ ਜੀ। ਕਿਉਂਕਿ ਜਦੋਂ ਆਪਾਂ ਬੱਚੇ ਦਾ ਵਾਧਾ ਮਾਪਾਂਗੇ, ਜੇ ਆਪਾਂ ਬੱਚੇ ਦਾ ਭਾਰ, ਮੰਨ ਲਓ ਆਪਾਂ ਬੱਚੇ ਦਾ ਭਾਰ ਮੈਜ਼ਰ ਕਰਨਾ ਤਾਂ ਆਪਾਂ ਨੂੰ ਭਾਰ ਨੂੰ ਤੋਲਾਂਗੇ, ਠੀਕ ਹੈ। ਤਾਂ ਉਹ ਵੀ ਆਪਣਾ ਉਹਨੂੰ ਵੀ ਆਪਾਂ ਗਿਣ ਸਕਦੇ ਹਾਂ, ਠੀਕ ਹੈ। ਗਿਣਾਤਮਕ ਹੈ ਉਹ, ਮਤਲਬ ਕੁਆਂਟੀਟੇਟਿਵ ਹੈ। ਅਤੇ ਜੇਕਰ ਉਹਦਾ ਆਪਾਂ ਕੱਦ ਮਿਣ ਰਹੇ ਹਾਂ ਉਹ ਵੀ ਕੁਆਂਟੀਟੇਟਿਵ ਹੈ। ਤਾਂ ਕਰਕੇ ਇਹਨੂੰ ਆਪਾਂ ਕੁਆਂਟੀਟੇਟਿਵ ਦੇ ਵਿੱਚ ਮਿਣ ਸਕਦੇ ਹਾਂ। ਜਿਹੜਾ ਆਪਣਾ ਕੁਆਲੀਟੇਟਿਵ ਹੈ, ਕੁਆਲੀਟੇਟਿਵ ਦੇ ਵਿੱਚ ਤਾਂ ਆਪਣੀਆਂ ਕੁਆਲਿਟੀਜ਼ ਆ ਜਾਂਦੀਆਂ, ਅਤੇ ਕੁਆਲਿਟੀਜ਼ ਆਪਣੀਆਂ ਕਿਹਨੂੰ ਦਰਸਾਉਂਦੀਆਂ? ਉਹ ਦਰਸਾਉਂਦੀਆਂ ਆਪਣੀਆਂ ਡਿਵੈਲਪਮੈਂਟ ਨੂੰ, ਠੀਕ ਹੈ ਜੀ। ਤਾਂ ਜਿਹੜੀ ਆਪਣੀ ਕੁਆਂਟੀਟੇਟਿਵ ਅਪਰੋਚ ਹੈ ਇਹ ਆਪਣੀ ਦਰਸਾਉਂਦੀ ਹੈ
ਆਪਣੇ ਗਰੋਥ ਨੂੰ, ਠੀਕ ਹੈ, ਤੁਸੀਂ ਯਾਦ ਰੱਖਣਾ। ਤਾਂ ਗਰੋਥ ਲਈ ਆਪਣੀ ਕੁਆਂਟੀਟੇਟਿਵ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਜਿਉਂ-ਜਿਉਂ ਲੋਕ ਵੱਡੇ ਹੁੰਦੇ ਜਾਂਦੇ ਨੇ ਸਿੱਖਣ ਦੀ ਡੈਸ਼ ਮੁੱਕਦੀ ਜਾਂਦੀ ਹੈ। ਐਜ਼ ਪੀਪਲ ਗਰੋ ਓਲਡਰ ਦੀ ਡੈਸ਼ ਆਫ ਲਰਨਿੰਗ ਡਿਕਲਾਈਨ, ਪਾਵਰ, ਕੁਆਂਟੀਟੀ, ਸਪੀਡ ਜਾਂ ਏਜ। ਤਾਂ ਜਿਉਂ-ਜਿਉਂ ਆਪਣੀ ਉਮਰ ਵੱਧਦੀ ਜਾਂਦੀ ਹੈ, ਠੀਕ ਹੈ, ਆਪਣਾ ਜਿਹੜਾ ਬ੍ਰੇਨ ਹੈ ਉਹ ਥੋੜ੍ਹਾ ਜਿਹਾ ਮਤਲਬ ਕੰਮ ਕਰਨਾ ਥੋੜ੍ਹਾ ਜਿਹਾ ਘਟਦਾ ਜਾਂਦਾ ਹੈ। ਉਹਦੀ ਜਿਹੜੀ ਆਪਾਂ ਕੀ ਕਹਿ ਸਕਦੇ ਹਾਂ ਕਿ ਉਹ ਕਿਹੜੀ ਚੀਜ਼ ਹੈ ਉਹ ਘਟ ਜਾਂਦੀ ਹੈ, ਠੀਕ ਹੈ। ਇਹੀ ਆਪਾਂ ਨੂੰ ਪੁੱਛਿਆ ਗਿਆ ਕੁਐਸਚਨ ਦੇ ਵਿੱਚ। ਤਾਂ ਸਿੱਖਦੇ ਤਾਂ ਆਪਾਂ ਜੰਮਣ ਤੋਂ ਲੈ ਕੇ ਮਰਨ ਤੱਕ ਹਾਂ, ਠੀਕ ਹੈ, ਕਿਉਂਕਿ ਜਦੋਂ ਆਪਣਾ ਜਨਮ ਹੁੰਦਾ ਅਤੇ ਆਪਣੀ ਡੈਥ ਹੁੰਦੀ ਹੈ, ਉਦੋਂ ਤੱਕ ਆਪਾਂ ਜੰਮਣ ਤੋਂ ਲੈ ਕੇ ਮਰਨ ਤੱਕ ਸਿੱਖਦੇ ਹੀ ਰਹਿੰਦੇ ਹਾਂ ਕੁਛ ਨਾ ਕੁਛ, ਠੀਕ ਹੈ। ਬਟ ਉਹ ਕਿਹੜੀ ਚੀਜ਼ ਹੈ ਜਿਹੜੀ ਆਪਣੀ ਘਟ ਜਾਂਦੀ ਹੈ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਆਊਗਾ, ਸਪੀਡ, ਠੀਕ ਹੈ ਜੀ। ਸਪੀਡ ਜਿਹੜੀ ਹੁੰਦੀ ਆਪਣੀ ਉਹ ਆਪਣੀ ਘਟ ਜਾਂਦੀ ਹੈ ਜਿਉਂ-ਜਿਉਂ ਆਪਾਂ ਵੱਡੇ ਹੁੰਦੇ ਜਾਂਦੇ ਹਾਂ, ਠੀਕ ਹੈ। ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ ਜੀ। ਮਨੋਵਿਗਿਆਨ ਵਿਗਿਆਨ ਹੈ। ਸਾਈਕੋਲੋਜੀ ਇਜ਼ ਅ ਸਾਇੰਸ ਆਫ ਮਾਈਂਡ, ਸੋਲ, ਬਿਹੇਵੀਅਰ ਜਾਂ ਆਲ ਆਫ ਦੀ ਅਬਵ। ਤਾਂ ਜਿਹੜੀ ਆਪਣੀ ਸਾਈਕੋਲੋਜੀ ਹੈ ਇਹ ਕਾਹਦਾ ਵਿਗਿਆਨ ਹੈ? ਆਪਣੇ ਮਨ ਦਾ, ਆਪਣੀ ਆਤਮਾ ਦਾ, ਆਪਣੇ ਵਿਵਹਾਰ ਦਾ ਜਾਂ ਸਾਰਿਆਂ ਦਾ? ਤਾਂ ਸਾਈਕੋਲੋਜੀ ਕਾਹਦਾ ਵਿਗਿਆਨ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਵੈਸੇ ਬੇਸ਼ੱਕ ਬੇਸਿਕ ਕੁਐਸਚਨ ਹੈ, ਬਟ ਜਿੰਨਾ ਟਾਈਮ ਤੁਸੀਂ ਕੁਐਸਚਨ ਨੂੰ ਅਟੈਂਪਟ ਨਹੀਂ ਕਰਦੇ ਤਾਂ ਇਹ ਤੁਹਾਡੇ ਲਈ ਬਹੁਤ ਟਫ ਕੁਐਸਚਨ ਹੈ, ਠੀਕ ਹੈ ਜੀ। ਤਾਂ ਇੱਕ ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਕੁਐਸਚਨ ਨੂੰ ਰਿਵਾਈਜ਼ ਕਰਿਆ ਕਰੋ। ਬੇਸ਼ੱਕ ਸਿੰਪਲ ਕੁਐਸਚਨ ਹੈ, ਬੇਸ਼ੱਕ ਟਫ ਕੁਐਸਚਨ ਹੈ, ਤਾਂ ਰਿਵੀਜ਼ਨ ਬਹੁਤ ਜ਼ਰੂਰੀ ਹੈ, ਠੀਕ ਹੈ ਜੀ। ਜੇ ਤੁਸੀਂ ਰਿਵੀਜ਼ਨ ਨਹੀਂ ਕਰਦੇ ਤਾਂ ਤੁਸੀਂ ਸਿੰਪਲ ਤੋਂ ਸਿੰਪਲ ਕੁਐਸਚਨ ਵੀ ਗਲਤ ਕਰਕੇ ਆਓਗੇ ਪੇਪਰ ਦੇ ਵਿੱਚ, ਠੀਕ ਹੈ ਜੀ। ਇਹ ਤੁਸੀਂ ਖੁਦ ਵੀ ਦੇਖਿਆ ਹੋਣਾ, ਕਿਉਂਕਿ ਉੱਥੇ ਐਗਜ਼ਾਮ ਦਾ ਪ੍ਰੈਸ਼ਰ ਬਹੁਤ ਹੁੰਦਾ ਆਪਣੇ ਮਾਈਂਡ 'ਤੇ। ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਰਿਵੀਜ਼ਨ ਬਹੁਤ ਜ਼ਰੂਰੀ ਹੈ। ਕਿਸੇ ਵੀ ਕੁਐਸਚਨ ਨੂੰ ਸਿੰਪਲ ਨਾ ਸਮਝੋ, ਰਿਵਾਈਜ਼ ਕਰੋ ਹਰ ਇੱਕ ਕੁਐਸਚਨ ਨੂੰ, ਠੀਕ ਹੈ ਜੀ। ਤਾਂ ਜਿਹੜਾ ਆਪਣਾ ਸਾਈਕੋਲੋਜੀ ਹੈ ਇਹ ਕਾਹਦਾ ਸਾਇੰਸ ਹੈ, ਕਾਹਦੀ ਵਿਗਿਆਨ ਹੈ ਇਹ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3, ਇਹ ਬਿਹੇਵੀਅਰ ਦਾ, ਠੀਕ ਹੈ। ਆਪਣੇ ਬਿਹੇਵ, ਆਪਣਾ ਵਿਵਹਾਰ ਉਹ ਇਹਦੇ ਨਾਲ ਮਾਪਿਆ ਜਾਂਦਾ ਸਾਈਕੋਲੋਜੀ ਨਾਲ। ਤਾਂ ਇਹ ਕਾਹਦਾ ਵਿਗਿਆਨ ਹੈ? ਆਪਣੇ ਬਿਹੇਵੀਅਰ ਦਾ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3, ਇਹ ਤੁਸੀਂ ਯਾਦ ਰੱਖਿਓ। ਇਹ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਵੈਸੇ ਆਪਣੇ ਸਾਰੇ ਕੁਐਸਚਨ ਹੀ ਰਿਪੀਟ ਹੋਏ ਨੇ, ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦਾ। ਵੀਡੀਓ ਨੂੰ 2-3 ਵਾਰ ਦੇਖ ਲਿਓ, ਕਿਉਂਕਿ ਸੁਣਨ ਨਾਲ ਤੁਹਾਡੇ ਜ਼ਿਆਦਾ ਜਿਹੜਾ ਯਾਦ ਹੁੰਦਾ ਹੈਗਾ, ਠੀਕ ਹੈ, ਤਾਂ ਵਧੀਆ ਯਾਦ ਹੋ ਜਾਂਦਾ। ਤਾਂ ਵੀਡੀਓ ਨੂੰ 2-3 ਵਾਰ ਰਿਵਾਈਜ਼ ਕਰ ਲਿਓ। ਕਿਹੜਾ ਬੱਚੇ ਦੀਆਂ ਭਾਵਨਾਵਾਂ ਨੂੰ ਨਹੀਂ ਦਰਸਾਉਂਦਾ? ਵਿਚ ਇਜ਼ ਨਾਟ ਇੰਡੀਕੇਟ ਚਾਈਲਡ ਇਮੋਸ਼ਨ, ਪਲੈਜ਼ਰ, ਸੌਰੋ, ਕਰਿਓਸਿਟੀ ਜਾਂ ਟੋਲਰੈਂਸ। ਬੱਚੇ ਦੀਆਂ ਜਿਹੜੀਆਂ ਫੀਲਿੰਗਸ ਹੁੰਦੀਆਂ, ਬੱਚੇ ਦੇ ਇਮੋਸ਼ਨਸ ਹੁੰਦੇ ਨੇ, ਇਹਨਾਂ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਇਹਨਾਂ ਦੇ ਵਿੱਚ ਨਹੀਂ ਆਉਂਦੀ? ਤਾਂ ਇਹੋ ਜਿਹੇ ਕੁਐਸਚਨ ਆ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ CDP ਦੇ ਵਿੱਚੋਂ, ਠੀਕ ਹੈ ਜੀ, ਕਿਉਂਕਿ ਇਹ ਕੁਐਸਚਨ ਬਹੁਤ ਵਾਰੀ ਪੁੱਛੇ ਗਏ ਨੇ ਅਤੇ ਬਹੁਤ ਇੰਪੋਰਟੈਂਟ ਨੇ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਆਊਗਾ, ਟੋਲਰੈਂਸ, ਠੀਕ ਹੈ ਜੀ। ਕਿਉਂਕਿ ਖੁਸ਼ੀ, ਜਦੋਂ ਆਪਾਂ ਬੱਚੇ ਨੂੰ ਕੋਈ ਚੀਜ਼ ਦੇਵਾਂਗੇ ਜਾਂ ਕੁਛ ਵੀ ਇਹੋ ਜਿਹਾ ਬੱਚੇ ਨਾਲ ਕਰਾਂਗੇ ਜਿਹਦੇ ਨਾਲ ਉਹ ਖੁਸ਼ ਹੋਵੇ, ਤਾਂ ਉਹ ਆਪਣੇ ਜਿਹੜੇ ਹਾਵ ਭਾਵ ਹੈ ਆਪਣੇ ਅੱਗੇ ਐਗਜ਼ੈਕਟ ਉਹ ਰੱਖੂਗਾ, ਠੀਕ ਹੈ। 1 ਮਿੰਟ ਦੇ ਵਿੱਚ ਉਹ ਮਤਲਬ ਜਦੋਂ ਵੀ ਆਪਾਂ ਉਹਨੂੰ ਕੋਈ ਖੁਸ਼ੀ ਵਾਲੀ ਗੱਲ ਦੱਸਾਂਗੇ ਤਾਂ ਉਹ ਐਟ ਏ ਟਾਈਮ ਹੀ ਖੁਸ਼ ਹੋਊਗਾ, ਠੀਕ ਹੈ। ਦੁੱਖ, ਮੰਨ ਲਓ ਜਦੋਂ ਉਹਨੂੰ ਕੋਈ ਚੀਜ਼ ਨਹੀਂ ਮਿਲੀ ਤਾਂ ਉਹ ਦੁਖੀ ਵੀ ਹੋਊਗਾ, ਰੋਊਗਾ ਵੀ, ਠੀਕ ਹੈ। ਉਹ ਵੀ ਮਤਲਬ ਐਟ ਏ ਟਾਈਮ ਹੀ ਆਪਣੇ ਅੱਗੇ ਪੇਸ਼ ਕਰੂਗਾ ਆਪਣਾ ਭਾਵ ਹੈ ਜਿਹੜਾ ਉਹ, ਠੀਕ ਹੈ। ਕਰਿਓਸਿਟੀ ਤਾਂ ਬੱਚੇ ਨੂੰ ਹੁੰਦੀ ਹੈ, ਕਿਉਂਕਿ ਜਦੋਂ ਆਪਾਂ ਬੱਚੇ ਨੂੰ ਇਹੋ ਜਿਹੀ ਚੀਜ਼ ਦਿਖਾਉਂਦੇ ਹਾਂ ਜਿਹਦੇ ਬਾਰੇ ਉਹਨੂੰ ਨਹੀਂ ਪਤਾ ਹੁੰਦਾ, ਤਾਂ ਉਹ ਜਾਣਨ ਦਾ ਬਹੁਤ ਉਹ ਕਰਦਾ, ਮਤਲਬ ਜਾਣਨ ਦੀ ਇੱਛਾ ਪ੍ਰਗਟ ਕਰਦਾ, ਉਤਸੁਕਤਾ ਉਹਦੇ ਵਿੱਚ ਹੁੰਦੀ ਹੈ। ਉਹ ਕਹਿੰਦਾ ਵੀ ਮੈਨੂੰ ਇਹ ਚੀਜ਼ ਦੱਸੋ ਵੀ ਇਹ ਕੀ ਚੀਜ਼ ਹੈ, ਠੀਕ ਹੈ। ਤਾਂ ਕਰਿਓਸਿਟੀ ਤਾਂ ਉਹਦੇ ਵਿੱਚ ਹੁੰਦੀ ਹੈ, ਅਤੇ ਇਹ ਤਿੰਨੇ ਚੀਜ਼ਾਂ ਉਹਦੇ ਵਿੱਚ ਹੁੰਦੀਆਂ। ਬਟ ਸਹਿਣਸ਼ੀਲਤਾ ਨਹੀਂ ਹੁੰਦੀ, ਕਿਉਂਕਿ ਬੱਚਾ ਛੋਟਾ ਹੁੰਦਾ। ਸਹਿਣਸ਼ੀਲਤਾ ਦੀ ਭਾਵਨਾ ਆਪਣੇ 'ਚ ਕਦੋਂ ਆਉਂਦੀ ਹੈ? ਜਿਉਂ-ਜਿਉਂ ਆਪਾਂ ਵੱਡੇ ਹੁੰਦੇ ਜਾਂਦੇ ਹਾਂ, ਠੀਕ ਹੈ। ਵੱਡੇ ਹੁੰਦੇ ਜਾਂਦੇ ਹਾਂ, ਆਪਣੀ ਜ਼ਿੰਦਗੀ ਦੀਆਂ ਚੁਣੌਤੀਆਂ ਆਪਣੇ ਅੱਗੇ ਆਉਂਦੀਆਂ ਰਹਿੰਦੀਆਂ, ਤਾਂ ਆਪਾਂ ਸਹਿਣਸ਼ੀਲਤਾ ਦੀ ਭਾਵਨਾ ਆਪਣੇ 'ਚ ਵੱਡੇ ਹੋਇਆਂ ਤੋਂ ਆਉਂਦੀ ਹੈ, ਨਾ ਕਿ ਬੱਚੇ 'ਚ ਹੁੰਦੀ ਹੈ, ਠੀਕ ਹੈ। ਬੱਚੇ 'ਚ ਇਹ ਤਿੰਨੋਂ ਚੀਜ਼ਾਂ ਹੁੰਦੀਆਂ, ਖੁਸ਼ੀ ਵੀ ਹੁੰਦੀ ਹੈ, ਦੁੱਖ ਵੀ ਹੁੰਦਾ, ਕਰਿਓਸਿਟੀ ਵੀ ਹੁੰਦੀ ਹੈ, ਠੀਕ ਹੈ। ਬਟ ਟੋਲਰੈਂਸ ਨਹੀਂ ਹੁੰਦੀ ਬੱਚੇ 'ਚ, ਠੀਕ ਹੈ। ਟੋਲਰੈਂਸ ਤਾਂ ਆਪਾਂ ਵੱਡੇ ਬੰਦਿਆਂ 'ਚ ਹੁੰਦੀ ਹੈ। ਬੱਚਾ ਕਦੇ ਵੀ ਕਿਸੇ ਚੀਜ਼ ਨੂੰ ਟੋਲਰੇਟ ਨਹੀਂ ਕਰ ਸਕਦਾ। ਬੱਚਾ ਤਾਂ ਆਪਣਾ ਇਮੋਸ਼ਨ ਹੈ ਜਿਹੜਾ ਉਹ ਆਪਣੇ ਅੱਗੇ ਰੱਖੂਗਾ ਹੀ ਰੱਖੂਗਾ, ਠੀਕ ਹੈ। ਉਹਨੂੰ ਆਪਣੇ ਇਮੋਸ਼ਨਸ ਛੁਪਾਉਣੇ ਨਹੀਂ ਆਉਂਦੇ, ਠੀਕ ਹੈ। ਤਾਂ ਹੀ ਆਪਾਂ ਕਹਿੰਦੇ ਕਿ ਬੱਚਾ ਜਿਹੜਾ ਉਹ ਕੋਰਾ ਕਾਗਜ਼ ਹੁੰਦਾ, ਠੀਕ ਹੈ। ਤਾਂ ਜਦੋਂ ਵੀ ਬੱਚੇ ਦੇ ਅੱਗੇ ਆਪਾਂ ਕੋਈ ਵੀ ਉਹਦੇ ਅੱਗੇ ਆਪਣੀ ਫੀਲਿੰਗ ਰੱਖਾਂਗੇ ਜਾਂ ਆਪਾਂ ਉਹਨੂੰ ਕੋਈ ਚੀਜ਼ ਦੇਣ ਤੋਂ ਇਨਕਾਰ ਕਰਾਂਗੇ, ਤਾਂ ਉਹ ਆਪਣੀ ਫੀਲਿੰਗ ਹੈ ਆਪਣੇ ਅੱਗੇ ਐਗਜ਼ੈਕਟ ਰੱਖੂਗਾ ਹੀ ਰੱਖੂਗਾ, ਠੀਕ ਹੈ। ਉਹ ਟੋਲਰੇਟ ਨਹੀਂ ਕਰ ਸਕਦਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4, ਜਿਹੜੀ ਟੋਲਰੈਂਸ ਹੈ ਉਹ ਆਪਣੇ ਵੱਡੇ ਹੋਇਆਂ ਤੋਂ ਆਉਂਦੀ ਹੈ। ਜਿਉਂ-ਜਿਉਂ ਆਪਣੇ ਲਾਈਫ ਦੇ ਵਿੱਚ ਜਿਹੜੇ ਚੈਲੰਜ ਆਉਂਦੇ ਰਹਿੰਦੇ ਨੇ, ਚੁਣੌਤੀਆਂ ਆਉਂਦੀਆਂ ਰਹਿੰਦੀਆਂ, ਉਹਨਾਂ ਨੂੰ ਆਪਾਂ ਪਾਰ ਕਰਦੇ ਆਪਣੇ 'ਚ ਸਹਿਣਸ਼ੀਲਤਾ ਆ ਜਾਂਦੀ ਹੈ, ਪਰ ਬੱਚੇ 'ਚ ਨਹੀਂ ਇਹ ਹੁੰਦੀ, ਠੀਕ ਹੈ। ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਕੁਐਸਚਨ ਦੇਖਣ ਨੂੰ ਮਿਲ ਸਕਦਾ ਹੈ।
ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪਹਿਲਾਂ ਤੋਂ ਮੌਜੂਦ ਜਾਣਕਾਰੀ, ਪ੍ਰਾਇਰ ਨੌਲੇਜ, ਇਹ ਕੀ ਹੁੰਦੀ ਹੈ? ਐਕਸਪੀਰੀਅੰਸ ਹੁੰਦਾ, ਐਵੀਡੈਂਸ ਹੁੰਦਾ, ਇਨਫੋਰਮੇਸ਼ਨ ਹੁੰਦੀ ਹੈ, ਜਾਂ ਸਾਰੇ? ਮੰਨ ਲਓ ਆਪਾਂ ਨੂੰ ਕੋਈ ਵੀ ਜਾਣਕਾਰੀ ਪਹਿਲਾਂ ਤੋਂ ਹੈ, ਠੀਕ ਹੈ, ਕਿਸੇ ਵੀ ਚੀਜ਼ ਬਾਰੇ ਆਪਾਂ ਪਹਿਲਾਂ ਤੋਂ ਜਾਣਦੇ ਹਾਂ, ਠੀਕ ਹੈ, ਤਾਂ ਉਹ ਕੀ ਹੈ? ਇਹ ਕੁਐਸਚਨ ਹੈ ਜਿਹੜੇ ਤੁਹਾਡੀ ਕਾਮਨ ਸੈਂਸ 'ਤੇ ਬੇਸਡ ਨੇ, ਠੀਕ ਹੈ। ਇਹ ਹੈਗੇ ਤਾਂ ਇਹ ਬੇਸਡ ਮਤਲਬ ਬੇਸਿਕ ਕੁਐਸਚਨ ਨੇ, ਬਟ ਜਿੰਨਾ ਟਾਈਮ ਤੁਸੀਂ ਇਹਨਾਂ ਨੂੰ ਰਿਵਾਈਜ਼ ਨਹੀਂ ਕਰਦੇ, ਇਹਨਾਂ ਨੂੰ ਪੜ੍ਹਦੇ ਨਹੀਂ, ਤਾਂ ਉਨਾ ਟਾਈਮ ਲਈ ਤੁਹਾਡੇ ਲਈ ਇਹ ਬਹੁਤ ਟਫ ਕੁਐਸਚਨ ਨੇ, ਠੀਕ ਹੈ ਜੀ। ਤਾਂ ਇਹੋ ਜਿਹੇ ਕੁਐਸਚਨ ਹੀ ਤੁਹਾਨੂੰ ਆਉਣਗੇ, ਇਹਨਾਂ ਨੂੰ ਵਾਰ-ਵਾਰ ਰਿਵਾਈਜ਼ ਕਰੋ ਅਤੇ ਆਪਣੇ CDP ਦੇ ਵਿੱਚੋਂ ਨੰਬਰ ਪੱਕੇ ਕਰੋ, ਠੀਕ ਹੈ ਜੀ। ਤਾਂ ਇਹੀ ਫੰਡਾ ਹੈ CDP ਦਾ। ਅਤੇ ਜੇ ਕੋਈ ਨੈਗੇਟਿਵ ਆਨਸਰ ਹੈ, ਉਹਦਾ ਤੁਹਾਨੂੰ ਪਤਾ ਹੀ ਹੈ ਕਿ CDP ਦੇ ਵਿੱਚ ਆਪਾਂ ਅਵੋਇਡ ਕਰਨਾ ਹੁੰਦਾ, ਨੈਗੇਟਿਵ ਆਨਸਰ ਆਪਾਂ ਨਹੀਂ ਦੇਣਾ ਹੁੰਦਾ। ਨੈਗੇਟਿਵ ਬਾਰੇ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਨੈਗੇਟਿਵ ਆਨਸਰ ਹੈ, ਠੀਕ ਹੈ ਜੀ। ਅਤੇ ਜਿਹੜੀ ਜਾਣਕਾਰੀ ਆਪਾਂ ਨੂੰ ਪਹਿਲਾਂ ਤੋਂ ਹੁੰਦੀ ਹੈ ਉਹਨੂੰ ਕੀ ਕਿਹਾ ਜਾਂਦਾ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1, ਉਹਨੂੰ ਐਕਸਪੀਰੀਅੰਸ ਕਿਹਾ ਜਾਂਦਾ, ਠੀਕ ਹੈ ਜੀ। ਤਾਂ ਮੰਨ ਲਓ ਆਪਾਂ ਕੋਈ ਵੀ ਚੀਜ਼ ਨਵੀਂ ਦੇਖਦੇ ਹਾਂ, ਤਾਂ ਆਪਾਂ ਕਿਸੇ ਬੰਦੇ ਨੂੰ ਕਹਿੰਦੇ ਹਾਂ ਕਿ ਇਹਦੇ ਬਾਰੇ ਤਾਂ ਮੈਂ ਪਹਿਲਾਂ ਤੋਂ ਮੈਨੂੰ ਪਤਾ ਹੈ ਕਿ ਇਹ ਚੀਜ਼ ਕਿਵੇਂ ਹੈ ਨਾ, ਤਾਂ ਉਹ ਆਪਾਂ ਨੂੰ ਕਿਵੇਂ ਪਤਾ ਹੁੰਦਾ? ਕਿਉਂਕਿ ਆਪਣਾ ਤਜਰਬਾ ਹੁੰਦਾ, ਆਪਣਾ ਐਕਸਪੀਰੀਅੰਸ ਹੁੰਦਾ, ਆਪਾਂ ਪਹਿਲਾਂ ਤੋਂ ਉਹ ਚੀਜ਼ ਅਜਮਾਈ ਹੁੰਦੀ ਹੈ, ਠੀਕ ਹੈ। ਇਹ ਤੁਸੀਂ ਯਾਦ ਰੱਖਿਓ। ਤਾਂ ਐਕਸਪੀਰੀਅੰਸ ਬੋਲਦੇ ਉਹਨੂੰ, ਜਿਹੜੀ ਚੀਜ਼ ਆਪਾਂ ਨੂੰ ਪਹਿਲਾਂ ਤੋਂ ਨੌਲੇਜ ਹੈਗੀ ਹੈ ਉਹਨੂੰ ਕੀ ਬੋਲਦੇ ਆ? ਐਕਸਪੀਰੀਅੰਸ, ਠੀਕ ਹੈ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਿੱਖਿਆ ਸ਼ਾਸਤਰ ਪੜ੍ਹਾਈ ਹੈ। ਪੈਡਾਗੋਜੀ ਇਜ਼ ਅ ਸਟੱਡੀ ਆਫ ਟੀਚਿੰਗ ਮੈਥਡ, ਇਨਫੋਰਮੇਸ਼ਨ, ਸਕੂਲ ਜਾਂ ਸਟੱਡੀ ਮਟੀਰੀਅਲ। ਪੜ੍ਹਾਉਣ ਦੇ ਤਰੀਕੇ, ਜਾਣਕਾਰੀ, ਸਕੂਲ ਜਾਂ ਸਿੱਖਿਆ ਸਮੱਗਰੀ। ਤਾਂ ਸਿੱਖਿਆ ਸ਼ਾਸਤਰ ਹੈ ਜਿਹੜੀ ਆਪਣੀ ਪੈਡਾਗੋਜੀ ਹੈ, ਇਹ ਕਾਹਦੀ ਪੜ੍ਹਾਈ ਹੈ? ਇਹਦੀ ਪ੍ਰੋਨਾਊਂਸਿੰਗ ਵੀ ਅਲੱਗ-ਅਲੱਗ ਹੈ, ਕਈ ਇਹਨੂੰ ਪੈਡਾਗੋਗੀ ਬੋਲਦੇ ਨੇ, ਕਈ ਇਹਨੂੰ ਪੈਡਾਗੋਜੀ ਬੋਲਦੇ ਨੇ। ਵੈਸੇ ਪੈਡਾਗੋਜੀ ਹੈ ਜਿਹੜਾ, ਇਹਦਾ ਉਹ ਸਹੀ ਪ੍ਰੋਨੰਸੀਏਸ਼ਨ ਹੈ, ਠੀਕ ਹੈ। ਪੈਡਾਗੋਜੀ ਇਹਨੂੰ ਬੋਲਿਆ ਜਾਂਦਾ, ਜਿਹੜੀ ਇਹਦੀ ਸਹੀ ਪ੍ਰੋਨੰਸੀਏਸ਼ਨ ਹੈ। ਤਾਂ ਕਈ ਇਹਨੂੰ ਪੈਡਾਗੋਗੀ ਵੀ ਬੋਲ ਦਿੰਦੇ ਨੇ, ਠੀਕ ਹੈ। ਤਾਂ ਬਟ ਇਹਦੀ ਸਹੀ ਪ੍ਰੋਨੰਸੀਏਸ਼ਨ ਤੁਸੀਂ ਯਾਦ ਰੱਖਿਓ, ਪੈਡਾਗੋਜੀ ਹੈ। ਤਾਂ ਇਸ ਜਿਹੜੀ ਆਪਣੀ ਪੈਡਾਗੋਜੀ ਹੈ ਇਹ ਕਾਹਦੇ ਨਾਲ ਸੰਬੰਧਿਤ ਹੈ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1, ਟੀਚਿੰਗ ਮੈਥਡ, ਠੀਕ ਹੈ। ਪੜ੍ਹਾਉਣ ਦੇ ਤਰੀਕੇ ਦੱਸਦੀ ਇਹ ਆਪਾਂ ਨੂੰ ਕਿ ਆਪਾਂ ਬੱਚੇ ਨੂੰ ਕਿਹੜੇ ਤਰੀਕਿਆਂ ਨਾਲ ਪੜ੍ਹਾਉਣਾ, ਕਿਵੇਂ ਆਪਾਂ ਬੱਚੇ ਨੂੰ ਸਿਖਾ ਸਕਦੇ ਹਾਂ, ਕਿਵੇਂ ਆਪਾਂ ਬੱਚੇ ਨੂੰ ਪੜ੍ਹਾ ਸਕਦੇ ਹਾਂ। ਤਾਂ ਉਹ ਦੱਸਦੀ ਆਪਾਂ ਨੂੰ ਪੈਡਾਗੋਜੀ ਹੈ ਜਿਹੜੀ, ਠੀਕ ਹੈ। ਇਨਫੋਰਮੇਸ਼ਨ ਵੀ ਨਹੀਂ ਹੈਗੀ, ਸਕੂਲ ਨਾਲ ਇਹਦਾ ਹੈਗਾ ਲੈਣਾ ਦੇਣਾ ਤਾਂ ਸਭ ਨਾਲ ਹੀ ਹੈ, ਸਟੱਡੀ ਮਟੀਰੀਅਲ ਨਾਲ ਵੀ ਹੈ, ਬਟ ਜਿਹੜਾ ਐਗਜ਼ੈਕਟ ਆਨਸਰ ਹੈ, ਜਿਹੜਾ ਇਹਦਾ ਬੈਸਟ ਆਨਸਰ ਹੈ, ਉਹ ਹੈ ਟੀਚਿੰਗ ਮੈਥਡ। ਜਿਹੜੀ ਮੇਨ ਇਹਦਾ ਜਿਹੜਾ ਰਿਲੇਟ ਇਹ ਕਰਦੀ ਆ, ਉਹ ਕਰਦੀ ਆ ਪੜ੍ਹਾਉਣ ਦੇ ਤਰੀਕਿਆਂ ਨਾਲ, ਟੀਚਿੰਗ ਮੈਥਡਸ ਨਾਲ, ਠੀਕ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਪੈਡਾਗੋਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਿੱਖਿਆ ਸ਼ਾਸਤਰ ਸ਼ਬਦ ਦਾ ਕੀ ਅਰਥ ਹੈ? ਦੀ ਵਰਡ ਪੈਡਾਗੋਜੀ ਮੀਨਸ ਟੂ ਲੀਡ ਦੀ ਚਾਈਲਡ, ਟੂ ਐਜੂਕੇਟ ਦੀ ਚਾਈਲਡ, ਟੂ ਅੰਡਰਸਟੈਂਡ ਦੀ ਚਾਈਲਡ, ਜਾਂ ਨਨ ਆਫ ਦੀ ਅਬਵ। ਬੱਚੇ ਦੀ ਅਗਵਾਈ ਕਰਨਾ, ਬੱਚੇ ਨੂੰ ਪੜ੍ਹਾਉਣਾ, ਬੱਚੇ ਨੂੰ ਸਮਝਣਾ, ਜਾਂ ਕੋਈ ਨਹੀਂ। ਤਾਂ ਪਹਿਲਾਂ ਆਪਾਂ ਪੜ੍ਹ ਕੇ ਆਏ ਹਾਂ ਕਿ ਜਿਹੜੀ ਪੈਡਾਗੋਜੀ ਇਹ ਕਾਹਦੀ ਸਟੱਡੀ ਹੈ? ਤਾਂ ਇਹ ਬੱਚੇ ਨੂੰ ਕੀ ਦੱਸਦੀ ਹੈ? ਟੀਚਿੰਗ ਮੈਥਡਸ ਬਾਰੇ ਦੱਸਦੀ ਹੈ ਕਿ ਬੱਚੇ ਨੂੰ ਆਪਾਂ ਪੜ੍ਹਾਉਣਾ ਕਿਵੇਂ ਹੈ, ਠੀਕ ਹੈ। ਕਿਹੜੇ ਮੈਥਡਸ ਨਾਲ ਆਪਾਂ ਬੱਚੇ ਨੂੰ ਪੜ੍ਹਾ ਸਕਦੇ ਹਾਂ, ਸਿਖਾ ਸਕਦੇ ਹਾਂ। ਤਾਂ ਹੁਣ ਇਹਦਾ ਮਤਲਬ ਕੀ ਹੈ? ਪੈਡਾਗੋਜੀ ਦਾ ਕੀ ਮਤਲਬ ਹੈ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ, ਟੂ ਲੀਡ ਦੀ ਚਾਈਲਡ, ਬੱਚੇ ਦੀ ਅਗਵਾਈ ਕਰਨਾ, ਠੀਕ ਹੈ। ਕਿਉਂਕਿ ਬੱਚੇ ਨੂੰ ਕੁਛ ਨਹੀਂ ਪਤਾ ਹੁੰਦਾ ਕਿ ਕਿਵੇਂ ਸਿੱਖਣਾ, ਕਿੱਧਰ ਜਾਣਾ ਹੈ, ਠੀਕ ਹੈ, ਕੁਛ ਵੀ। ਤਾਂ ਜਿਹੜੀ ਆਪਾਂ ਉਹਦੀ ਅਗਵਾਈ ਕਰਦੇ ਹਾਂ, ਠੀਕ ਹੈ, ਜਦੋਂ ਬੱਚੇ ਨੂੰ ਕਿਤੇ ਵੀ ਆਪਾਂ ਸਕੂਲ ਦੇ ਵਿੱਚ ਆਪਾਂ ਦਾਖਲ ਕਰਦੇ ਹਾਂ, ਠੀਕ ਹੈ, ਤਾਂ ਜਿਹੜਾ ਬੱਚੇ ਦੀ ਅਗਵਾਈ ਕਰਦੇ ਨੇ, ਬੱਚੇ ਨੂੰ ਲੀਡ ਕਰਦੇ ਨੇ ਕਿ ਇਹਨੂੰ ਕਿਵੇਂ ਸਿਖਾਉਣਾ, ਕਿੱਥੋਂ ਸਟਾਰਟ ਕਰਨਾ, ਤਾਂ ਉਹਨੂੰ ਕਿਹਾ ਜਾਂਦਾ ਪੈਡਾਗੋਜੀ, ਠੀਕ ਹੈ। ਇਹਦਾ ਮਤਲਬ ਇਹੀ ਹੈ, ਬੱਚੇ ਦੀ ਅਗਵਾਈ ਕਰਨਾ। ਇਹ ਤੁਸੀਂ ਯਾਦ ਰੱਖਿਓ, ਇਹ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ, ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1, ਟੂ ਲੀਡ ਦੀ ਚਾਈਲਡ, ਬੱਚੇ ਦੀ ਅਗਵਾਈ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੱਚੇ ਦਾ ਪਹਿਲਾ ਅਧਿਆਪਕ ਕੌਣ ਹੁੰਦਾ? ਹੂ ਇਜ਼ ਰਿਗਾਰਡਡ ਐਜ਼ ਅ ਫਸਟ ਟੀਚਰ ਆਫ ਅ ਚਾਈਲਡ? ਮਦਰ, ਟੀਚਰ, ਫਰੈਂਡ, ਜਾਂ ਨਨ ਆਫ ਦੀ ਅਬਵ। ਤਾਂ ਇਹ ਸਿੰਪਲ ਕੁਐਸਚਨ ਹੈ, ਬੇਸ਼ੱਕ ਸਿੰਪਲ ਕੁਐਸਚਨ ਹੈ, ਬਟ ਇਹੋ ਜਿਹੇ ਸਿੰਪਲ ਕੁਐਸਚਨ ਹੀ ਆਪਾਂ CDP ਦੇ ਵਿੱਚ ਕਈ ਵਾਰੀ ਗਲਤ ਕਰੇ ਆਉਂਦੇ ਹਾਂ, ਕਿਉਂਕਿ ਆਪਾਂ ਇਹਦੀ ਰਿਵੀਜ਼ਨ ਨਹੀਂ ਕਰਦੇ, ਠੀਕ ਹੈ, ਜਾਂ ਇਹਦੇ ਬਾਰੇ ਆਪਾਂ ਨਹੀਂ ਪੜ੍ਹਿਆ ਹੁੰਦਾ, ਤਾਂ ਕਰਕੇ ਆਪਾਂ ਇਹ ਗਲਤ ਵੀ ਕਰ ਸਕਦੇ ਹਾਂ, ਇਹਦੀ ਗਲਤ ਹੋਣ ਦੀ ਵੀ ਸੰਭਾਵਨਾ ਬਹੁਤ ਹੁੰਦੀ ਹੈ। ਤਾਂ ਬਟ ਇਹ ਸਿੰਪਲ ਕੁਐਸਚਨਸ ਦੇ ਵਿੱਚ ਵੀ ਆਉਂਦੇ ਨੇ, ਠੀਕ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1, ਮਾਂ ਹੁੰਦੀ ਹੈ। ਇਹ ਆਪਾਂ ਨੂੰ ਪਤਾ ਹੈ ਕਿ ਬੱਚੇ ਦਾ ਪਹਿਲਾ ਜਿਹੜਾ ਅਧਿਆਪਕ ਹੁੰਦਾ ਉਹ ਹੁੰਦਾ ਮਾਂ, ਠੀਕ ਹੈ, ਕਿਉਂਕਿ ਮਦਰ ਤੋਂ ਹੀ ਉਹ ਸਭ ਕੁਛ ਆਪਾਂ ਸਿੱਖਦੇ ਹਾਂ, ਮਦਰ ਦੇ ਨਾਲ ਹੀ ਆਪਣਾ ਸਭ ਤੋਂ ਵੱਧ ਜਿਹੜਾ ਹੁੰਦਾ ਛੋਟੇ ਬੱਚੇ ਦਾ ਰਿਲੇਸ਼ਨ
ਹੁੰਦਾ है। ठीक है जी, तो इस क्वेश्चन का जिहड़ा आंसर है आंसर नंबर 1 माँ। अगला जिहड़ा अपना क्वेश्चन है NCF 2005 के अनुसार अध्यापक की भूमिका की होनी चाहिए। अकॉर्डिंग टू NCF 2005 द रोल ऑफ अ टीचर विल बी फैसिलिटेटिव, लाइक फ्रेंड, प्रैमिसिव या ऑल ऑफ दी अबव। तो NCF 2005 भी तुहाडे पेपर के नाल रिलेटेड है। ठीक है, तो क्योंकि NCF 2005 के अकॉर्डिंग भी बहुत रिफॉर्म्स किए गए हैं। ठीक है, तो ये भी आप पढ़ांगे आने वाले सैशन के विच। आप एक सैशन के तुहाडियां सारियां थ्योरीज तो टर्म्स ने जिन्नियां वो कंप्लीट करांगे। वैसे तो मैं करवाइयां हुई ਜਿਹੜੇ ਪਿੱਛੇ ਆਪਣੇ ਸੈਸ਼ਨ ਹੋਏ ਨੇ ਉਹਦੇ ਵਿੱਚ ਸਾਰੀਆਂ ਥਿਊਰੀਜ਼ ਤੇ ਟਰਮਸ ਮੈਂ ਕੰਪਲੀਟ ਕਰਵਾਈਆਂ, ਤੁਸੀਂ ਜਾ ਕੇ ਸਾਰੇ ਅਟੈਂਡ ਕਰੋ। ਬਟ ਆਪਾਂ ਇੱਕ ਕਲਾਸ ਇਹੋ ਜਿਹੀ ਲੈ ਕੇ ਆਵਾਂਗੇ ਜਿਹਦੇ ਵਿੱਚ ਇੱਕੋ ਸਿਟਿੰਗ ਦੇ ਵਿੱਚ ਤੁਹਾਡੇ ਸਾਰੇ ਯਾਦ ਹੋ ਜਾਣ। ਠੀਕ ਹੈ, ਤੁਹਾਡੇ ਲਈ ਸੌਖਾ ਹੋ ਜਾਊਗਾ। ਤਾਂ ਨੋਟਸ ਆਪਣੇ ਨਾਲ ਖੁਦ ਬਣਾਓ। ਠੀਕ ਹੈ ਜੀ, ਨੋਟਸ ਦੀ ਮੈਂ ਤੁਹਾਨੂੰ ਹਰ ਵਾਰ ਰਿਕਮੈਂਡ ਕਰਦਾ ਕਿ ਖੁਦ ਤਿਆਰ ਕਰੋ ਤਾਂ ਕਿ ਤੁਹਾਡੀ ਤਿਆਰੀ ਚੰਗੇ ਤਰੀਕੇ ਨਾਲ ਹੋਵੇ। ਠੀਕ ਹੈ ਜੀ, ਤਾਂ ਜਿਹੜਾ ਅਧਿਆਪਕ NCF 2005 ਦੇ ਅਨੁਸਾਰ ਉਹਦੀ ਭੂਮਿਕਾ ਕੀ ਹੋਣੀ ਚਾਹੀਦੀ ਹੈ, ਕੀ ਰੋਲ ਹੋਣਾ ਚਾਹੀਦਾ ਟੀਚਰ ਦਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1 ਫੈਸਿਲੀਟੇਟਿਵ। ਠੀਕ ਹੈ, ਸੁਵਿਧਾਜਨਕ ਹੋਣਾ ਚਾਹੀਦਾ। ਠੀਕ ਹੈ, ਹਰ ਇੱਕ ਸੁਵਿਧਾ ਉਹ ਸਟੂਡੈਂਟ ਨੂੰ ਪ੍ਰਦਾਨ ਕਰੇ, ਸੁਵਿਧਾਜਨਕ ਉਹਦਾ ਜਿਹੜਾ ਰੋਲ ਹੋਣਾ ਚਾਹੀਦਾ ਫੈਸਿਲੀਟੇਟਿਵ। ਇਹ ਤੁਸੀਂ ਯਾਦ ਰੱਖਿਓ। ਠੀਕ ਹੈ, ਇਹ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਪੇਪਰ ਦੇ ਵਿੱਚ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਲੈਂਗਿਕ ਧਾਰਨਾ, ਜੈਂਡਰ ਇਜ਼ ਐਨ ਬਾਇਓਲੋਜੀਕਲ ਕੰਸਟਰਕਟ, सोशल कंस्ट्रक्ट, फिजिकल कंस्ट्रक्ट या मैंटल कंस्ट्रक्ट। जैविक उसारी है, समाजिक उसारी है, सरीरक उसारी है या मानसिक उसारी है। लैंगिक धारना की है? ਇਹੋ ਜਿਹੜੀਆਂ ਟਰਮਸ ਨੇ, ਇਹ ਧਾਰਨਾਵਾਂ ਨੇ, ਥਿਊਰੀਜ਼ ਨੇ, ਇਹ ਆਪਾਂ ਇੱਕੋ ਕਲਾਸ ਦੇ ਵਿੱਚ ਅੱਗੇ ਕਰਾਂਗੇ। ਅੱਗੇ ਜਿਹੜੇ ਆਪਣੇ ਸੈਸ਼ਨ ਅਪਲੋਡ ਹੋਣਗੇ CDP ਦੇ। ਠੀਕ ਹੈ, ਵੈਸੇ ਆਪਾਂ ਇਹ ਕਰੀਆਂ ਹੋਈਆਂ ਨੇ, ਬਟ ਇੱਕ ਕਲਾਸ ਦੇ ਵਿੱਚ ਕਰਨ ਦਾ ਮਤਲਬ ਇਹ ਹੈ ਕਿ ਇੱਕੋ ਸਿਟਿੰਗ ਦੇ ਵਿੱਚ ਤੁਹਾਡੇ ਇੱਕੋ ਵਾਰ 'ਚ ਸਾਰਾ ਯਾਦ ਹੋ ਜੇ। ਠੀਕ ਹੈ, ਤਾਂ ਇਹ ਆਪਾਂ ਲੈ ਕੇ ਆਵਾਂਗੇ ਅੱਗੇ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਸੋਸ਼ਲ ਕੰਸਟਰਕਟ ਹੈ। ਠੀਕ ਹੈ, ਇੱਕ ਸਮਾਜਿਕ ਉਸਾਰੀ ਹੈ। ਠੀਕ ਹੈ, ਇਹ ਸਮਾਜ ਨੇ ਦਿੱਤੀਆਂ ਹੋਈਆਂ ਚੀਜ਼ਾਂ ਨੇ। ਜਿਹੜੀ ਆਪਣੀ ਲੈਗਿੰਗ ਧਾਰਨਾ, ਜਿਵੇਂ ਇਹ ਮੇਲ ਹੈ, ਇਹ ਫੀਮੇਲ ਹੈ। ਠੀਕ ਹੈ, ਇਹ ਚੀਜ਼ਾਂ ਸਾਰੀਆਂ ਇਹ ਕਿਹਨੇ ਦਿੱਤੀਆਂ ਆਪਾਂ ਨੂੰ? ਇਹ ਸਮਾਜ ਨੇ ਦਿੱਤੀਆਂ। ਇਹ ਬਾਇਓਲੋਜੀਕਲ ਕੰਸਟਰਕਟ ਨਹੀਂ ਹੈਗਾ। ਠੀਕ ਹੈ, ਬਾਇਓਲੋਜੀ ਨਹੀਂ ਇਹ ਚੀਜ਼ ਨੂੰ ਮੰਨਦੀ। ਠੀਕ ਹੈ, ਫਿਜ਼ੀਕਲ ਕੰਸਟਰਕਟ ਵੀ ਨਹੀਂ ਹੈਗਾ, ਮੈਂਟਲ ਕੰਸਟਰਕਟ ਵੀ ਨਹੀਂ ਹੈਗਾ। ਠੀਕ ਹੈ, ਇਹ ਹੈਗਾ ਆਪਣਾ ਸੋਸ਼ਲ ਕੰਸਟਰਕਟ। ਠੀਕ ਹੈ, ਇਹ ਸਮਾਜ ਨੇ ਦਿੱਤੀਆਂ ਹੋਈਆਂ ਚੀਜ਼ਾਂ ਨੇ। ਠੀਕ ਹੈ, ਤਾਂ ਇਹ ਤੁਸੀਂ ਯਾਦ ਰੱਖਿਓ ਸੋਸ਼ਲ ਕੰਸਟਰਕਟ ਹੈ ਇਹ ਜਿਹੜਾ ਆਪਣੀ ਲੈਂਗਿਕ ਧਾਰਨਾ, ਜੈਂਡਰ ਇਜ਼। ਠੀਕ ਹੈ, ਤਾਂ ਲੈਂਗਿਕ ਧਾਰਨਾ ਕੀ ਹੈ? ਸੋਸ਼ਲ ਕੰਸਟਰਕਟ। ਇਹ ਯਾਦ ਰੱਖਿਓ। ਇਹ ਕੁਐਸਚਨ ਤੁਹਾਨੂੰ ਐਗਜ਼ੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ, ਬਹੁਤ ਇੰਪੋਰਟੈਂਟ ਹੈ। ਅੱਜ ਦੇ ਸੈਸ਼ਨ ਦਾ ਆਪਣਾ ਜਿਹੜਾ ਲਾਸਟ ਕੁਐਸਚਨ ਹੈ ਉਹ ਕੋਹਲ ਵਰਗ ਦੇ ਨੈਤਿਕ ਵਿਕਾਸ ਦੇ ਕਿੰਨੇ ਪੜਾਅ ਨੇ? ਕੋਹਲ ਵਰਗ ਸਟੇਜਸ ਆਫ ਮੋਰਲ ਡਿਵੈਲਪਮੈਂਟ 2, 3, 4 ਜਾਂ 6। ਠੀਕ ਹੈ, ਇਹ ਸਾਰੇ ਆਪਾਂ ਅੱਗੇ ਕਰਾਂਗੇ ਇੱਕ ਕਲਾਸ ਦੇ ਵਿੱਚ। ਠੀਕ ਹੈ, ਤਾਂ ਆਪਣੇ ਸਾਰੇ ਸੈਸ਼ਨ ਅਟੈਂਡ ਕਰਿਓ CDP ਦੇ। ਠੀਕ ਹੈ, ਤਾਂ ਜੇਕਰ ਤੁਸੀਂ ਆਪਣੀ SST ਦੀ ਤਿਆਰੀ ਚੰਗੇ ਤਰੀਕੇ ਦੀ ਕਰਨਾ ਚਾਹੁੰਦੇ ਹੋ ਤਾਂ ਆਪਣੇ ਸੈਸ਼ਨ ਅਪਲੋਡ ਨੇ। ਠੀਕ ਹੈ, ਜਿਹਦੇ ਵਿੱਚ ਪੋਲਿਟੀ ਦੀ ਸੀਰੀਜ਼ ਆਪਣੀ ਅਪਲੋਡ ਪਈ ਹੈ, ਜਿਹਦੇ ਵਿੱਚ ਇੱਕ ਜਿਹੜਾ ਟੌਪਿਕ ਹੈ ਉਹ ਆਪਾਂ ਪੂਰੀ ਡਿਟੇਲ ਦੇ ਵਿੱਚ ਕਵਰ ਕੀਤਾ ਹੈ। ਠੀਕ ਹੈ, ਮਾਡਰਨ ਹਿਸਟਰੀ ਦੀ ਆਪਣੀ ਪਲੇਲਿਸਟ ਦੇ ਵਿੱਚ ਪਈ ਹੈ, ਜਿਹੜੀ ਜਿੰਨੇ ਵੀ ਟੌਪਿਕ ਨੇ ਮਾਡਰਨ ਹਿਸਟਰੀ ਦੇ, ਉਹਦੇ ਵਿੱਚ ਆਪਾਂ ਰੈਂਡਮ MCQ ਕੀਤੇ ਨੇ ਤੁਹਾਡੀ ਮਾਡਰਨ ਹਿਸਟਰੀ ਦੇ। ਠੀਕ ਹੈ, ਕਾਂਗਰਸ ਦੇ ਉਹਦੇ ਵਿੱਚ ਸਾਰਾ ਆਪਾਂ ਕੰਪਲੀਟ ਕੀਤਾ ਜਿਹੜਾ ਤੁਹਾਡਾ SST ਦੇ ਵਿੱਚ ਆਉਣਾ। ਠੀਕ ਹੈ, ਮਾਡਰਨ ਹਿਸਟਰੀ, ਪੋਲਿਟੀ ਅਤੇ ਜੋਗਰਾਫੀ। ਤਾਂ SST ਦੇ ਲਈ ਆਪਣੇ ਉਹ ਬੈਚ ਵੀ ਅਟੈਂਡ ਕਰਿਓ, ਤੁਹਾਨੂੰ ਬਹੁਤ ਫਾਇਦਾ ਦੇਣਗੇ। ਠੀਕ ਹੈ, ਤਾਂ ਕਿਉਂਕਿ SST ਦੀ ਵੇਟੇਜ ਕਾਫੀ ਆਉਣੀ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 4 ਆਊਗਾ। 6 ਸਟੇਜਸ ਕੋਹਲ ਵਰਗ ਨੇ ਦਿੱਤੀਆਂ। ਠੀਕ ਹੈ, ਮੋਰਲ ਡਿਵੈਲਪਮੈਂਟ ਦੀਆਂ। ਤਾਂ ਕੋਹਲ ਵਰਗ ਆਪਣਾ ਮੋਰਲ ਡਿਵੈਲਪਮੈਂਟ ਦੇ ਨਾਲ ਰਿਲੇਟਡ ਹੈ, ਇਹ ਤੁਸੀਂ ਯਾਦ ਰੱਖਿਓ। ਅੱਜ ਦਾ ਸੈਸ਼ਨ ਆਪਾਂ ਇੱਥੇ ਹੀ ਕੰਪਲੀਟ ਕਰਦੇ ਹਾਂ। ਠੀਕ ਹੈ, 15 ਕੁਐਸਚਨ ਆਪਣੇ ਹੋ ਗਏ। ਤਾਂ ਵੀਡੀਓ ਨੂੰ 2-3 ਵਾਰ ਦੇਖ ਲਿਓ ਤਾਂ ਕਿ ਤੁਹਾਡੀ ਵਧੀਆ ਤਰੀਕੇ ਨਾਲ ਰਿਵੀਜ਼ਨ ਵੀ ਹੋ ਸਕੇ, ਕਿਉਂਕਿ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ। ਠੀਕ ਹੈ ਜੀ, ਤਾਂ ਰਿਵੀਜ਼ਨ ਆਪਣੀ ਚੰਗੇ ਤਰੀਕੇ ਦੀ ਕਰੋ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਕਿਉਂਕਿ ਲਾਈਕ ਕਰਨ ਨਾਲ ਸਾਨੂੰ ਐਪਰੀਸੀਏਸ਼ਨ ਮਿਲਦੀ ਹੈ ਅਤੇ ਸਾਨੂੰ ਹੋਰ ਮਿਹਨਤ ਕਰਨ ਦਾ ਜਿਹੜਾ ਹੌਸਲਾ ਮਿਲਦਾ। ਠੀਕ ਹੈ ਜੀ, ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ। ਠੀਕ ਹੈ ਜੀ, ਤਾਂ ਕਿਉਂਕਿ ਤੁਹਾਡੇ ਲਈ ਬਹੁਤ ਵਧੀਆ ਕੰਟੈਂਟ ਔਨ ਦੀ ਵੇ ਹੈ। ਠੀਕ ਹੈ ਜੀ, ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਧੰਨਵਾਦ।